हाँ जी बेटा, चैप्टर नंबर 7 ਆਪਾਂ ਅੱਜ ਸਟਾਰਟ ਕਰਨਾ ਵਾ, ਜਿਹਦਾ ਨੇਮ ਹੈਗਾ ਜੀ ਫਿਜ਼ੀਓਲੋਜੀ ਐਂਡ ਇੰਜਰੀਜ਼ ਇਨ ਸਪੋਰਟਸ। ਸਭ ਤੋਂ ਪਹਿਲਾਂ ਬੇਟਾ ਇਹਦੀ ਇੰਟਰੋਡਕਸ਼ਨ ਆ ਜਾਂਦੀ ਹੈ ਜੀ। ਪਹਿਲਾਂ ਤਾਂ ਫਿਜ਼ੀਓਲੋਜੀ ਹੁੰਦੀ ਕੀ ਆ। ਫਿਜ਼ੀਓਲੋਜੀ ਕਹਿੰਦੇ ਜੀ ਇੱਕ ਸਾਇੰਸ ਹੈ ਕਿ ਲਿਵਿੰਗ ਥਿੰਗਸ ਆਮ ਤੌਰ 'ਤੇ ਕਿਵੇਂ ਕੰਮ ਕਰਦੀਆਂ ਹਨ, ਮਤਲਬ ਕਿ ਜਿਹੜੀਆਂ ਜਿਉਂਦੀਆਂ ਜੀਵ ਨੇ ਉਹ ਕਿਵੇਂ ਕੰਮ ਕਰਦੇ ਨੇ। ਜਦੋਂ ਐਕਸਰਸਾਈਜ਼ ਕੀਤੀ ਜਾਂਦੀ ਹੈ ਬਾਡੀ ਵਿੱਚ ਬਹੁਤ ਸਾਰੀਆਂ ਚੇਂਜਿਸ ਹੁੰਦੀਆਂ ਹਨ। ਉਹ ਤਾਂ ਆਪਾਂ ਨੂੰ ਪਤਾ ਹੀ ਆ, ਜਦੋਂ ਆਪਾਂ ਕੋਈ ਐਕਸਰਸਾਈਜ਼ ਕਰਦੇ ਹਾਂ ਤਾਂ ਬਾਡੀ 'ਚ ਬਹੁਤ ਸਾਰੀਆਂ ਚੇਂਜਿਸ ਆਉਂਦੀਆਂ ਨੇ। ਅਸੀਂ ਜਾਣਦੇ ਹਾਂ ਕਿ ਫਿਜ਼ੀਕਲ ਫਿਟਨੈਸ ਦੇ ਕੰਪੋਨੈਂਟ ਸਟਰੈਂਥ, ਇੰਡਿਓਰੈਂਸ, ਸਪੀਡ, ਫਲੈਕਸੀਬਿਲਿਟੀ ਐਂਡ ਕੋਆਰਡੀਨੇਟਿਵ ਐਬਿਲਿਟੀਜ਼ ਹਨ। ਹੁਣ ਬੇਟਾ ਯਾਦ ਰੱਖਿਓ ਜੀ, ਫਿਜ਼ੀਕਲ ਫਿਟਨੈਸ ਦੇ ਜਿਹੜੇ ਕੰਪੋਨੈਂਟ ਆ ਸਟਰੈਂਥ ਆ, ਇੰਡਿਓਰੈਂਸ, ਸਪੀਡ, ਫਲੈਕਸੀਬਿਲਿਟੀ ਐਂਡ ਕੋਆਰਡੀਨੇਟਿਵ ਐਬਿਲਿਟੀਜ਼ ਹਨ। ਐਕਸਰਸਾਈਜ਼ ਕਰਨ ਤੋਂ ਬਾਅਦ ਇਹਨਾਂ ਸਾਰੇ ਕੰਪੋਨੈਂਟ 'ਤੇ ਇੰਪੈਕਟ ਪੈਂਦਾ ਹੈ। ਜਦੋਂ ਆਪਾਂ ਐਕਸਰਸਾਈਜ਼ ਕਰਦੇ ਹਾਂ ਤਾਂ ਇਹਦੇ ਉੱਤੇ ਸਭ ਤੋਂ ਜ਼ਿਆਦਾ ਇੰਪੈਕਟ ਪੈਂਦਾ ਵਾ। ਉਸ ਤੋਂ ਬਾਅਦ ਸੈਕਿੰਡ ਦੀ ਜਿਹੜੀ ਡੈਫੀਨੇਸ਼ਨ ਹੈਗੀ ਹੈ ਜੀ ਸਪੋਰਟਸ ਸਾਈਕੋਲੋਜੀ। ਸਪੋਰਟਸ ਸਾਈਕੋਲੋਜੀ ਕੀ ਹੁੰਦੀ ਹੈ? ਟ੍ਰੇਨਿੰਗ ਦੇ ਲੌਂਗ ਐਂਡ ਸ਼ਾਰਟ ਟਰਮ ਇਫੈਕਟ ਐਂਡ ਐਥਲੀਟ ਦੇ ਕੰਡੀਸ਼ਨਸ ਦੀ ਸਟੱਡੀ। ਮਤਲਬ ਕਿ ਜਿਹੜੇ ਲੰਬੇ ਸਮੇਂ ਜਾਂ ਛੋਟੇ ਸਮੇਂ ਦੇ ਜਿਹੜੇ ਇਫੈਕਟ ਪੈਂਦੇ ਆ ਉਹਨਾਂ ਦੀ ਸਟੱਡੀ ਨੂੰ ਆਪਾਂ ਕਹਿੰਦੇ ਆ ਸਪੋਰਟਸ ਸਾਈਕੋਲੋਜੀ। ਸਟੱਡੀ ਦਾ ਇਹ ਸਪੈਸ਼ਲਾਈਜ਼ਡ ਫੀਲਡ ਹਿਊਮਨ ਐਨਾਟੋਮੀ ਦੇ ਨਾਲ ਮਿਲ ਕੇ ਕੰਮ ਕਰਦਾ ਹੈ। ਐਨਾਟੋਮੀ ਸਟਰਕਚਰ ਬਾਰੇ ਹੈ, ਜਦੋਂ ਕਿ ਫਿਜ਼ੀਓਲੋਜੀ ਫੰਕਸ਼ਨ ਬਾਰੇ। ਹੁਣ ਐਨਾਟੋਮੀ ਕੀ ਹੁੰਦਾ ਬੇਟਾ? ਜਿਹੜਾ ਆਪਣਾ ਸਟਰਕਚਰ ਆ ਬਾਡੀ ਦਾ ਉਹਦੇ ਬਾਰੇ ਆ, ਅਤੇ ਫਿਜ਼ੀਓਲੋਜੀ ਜਿਹੜੇ ਆਪਣੇ ਫੰਕਸ਼ਨਸ ਨੇ ਉਹ ਕਿਵੇਂ ਕੰਮ ਕਰਦੇ ਨੇ ਉਹਦੇ ਬਾਰੇ ਆ। ਥਰਡ ਆ ਗਿਆ ਬੇਟਾ ਜੀ ਐਕਸਰਸਾਈਜ਼ ਫਿਜ਼ੀਓਲੋਜੀ। ਐਕਸਰਸਾਈਜ਼ ਫਿਜ਼ੀਓਲੋਜੀ ਇੱਕ ਸਟੱਡੀ ਹੈ ਕਿ ਕਿਵੇਂ ਬਾਡੀ ਫਿਜ਼ੀਕਲ ਐਕਸਰਸਾਈਜ਼ ਲਈ ਰਿਐਕਟ ਕਰਦੀ ਹੈ, ਦੋਵਾਂ ਵਿੱਚ, ਲੌਂਗ ਐਂਡ ਸ਼ਾਰਟ ਟਰਮ ਵਿੱਚ, ਅਤੇ ਬਾਡੀ ਕਿਵੇਂ ਚੱਲ ਰਹੀ ਹੈ ਐਕਸਰਸਾਈਜ਼ ਐਂਡ ਰੂਟੀਨ ਵਿੱਚ ਕਿਸੇ ਚੇਂਜਿਸ ਨੂੰ ਅਡੋਪਟ ਕਰਦੀ ਹੈ। ਮਤਲਬ ਕਿ ਇਹ ਸਭ ਚੀਜ਼ਾਂ ਨੂੰ ਨੋਟ ਕਰਨਾ ਹੁੰਦਾ ਵਾ। ਹਿਊਮਨ ਬਾਡੀ ਵਿੱਚ ਆਮ ਤੌਰ 'ਤੇ ਸਕੈਲਟਲ, ਮਸਕੂਲਰ, ਨਰਵਸ, ਐਂਡੋਕਰਾਈਨ, ਉਸ ਤੋਂ ਬਾਅਦ ਕਾਰਡੀਓਵੈਸਕੂਲਰ, ਮੈਟਾਬੋਲਿਕ, ਰਿਸਪੀਰੇਟਰੀ, ਡਾਈਜੈਸਟਿਵ, ਯੂਰੀਨਰੀ ਐਂਡ ਰੀਪਰੋਡਕਟਿਵ ਸਿਸਟਮ ਦੀ ਸਟੱਡੀ ਕਰਦੇ ਹਾਂ। ਹੁਣ ਐਕਸਰਸਾਈਜ਼ ਜਿਹੜੀ ਫਿਜ਼ੀਓਲੋਜੀ ਹੈ ਉਹਦੇ ਵਿੱਚ ਇਹ 5-7-8 ਚੀਜ਼ਾਂ ਹੁੰਦੀਆਂ ਨੇ। ਸਕੈਲਟਲ ਸਿਸਟਮ ਆ ਗਿਆ, ਮਸਕੂਲਰ ਸਿਸਟਮ, ਨਰਵਸ ਸਿਸਟਮ, ਐਂਡੋਕਰਾਈਨ ਸਿਸਟਮ, ਕਾਰਡੀਓਵੈਸਕੂਲਰ ਸਿਸਟਮ, ਮੈਟਾਬੋਲਿਕ ਸਿਸਟਮ, ਰਿਸਪੀਰੇਟਰੀ ਸਿਸਟਮ, ਡਾਈਜੈਸਟਿਵ ਸਿਸਟਮ, ਯੂਰੀਨਰੀ ਸਿਸਟਮ ਐਂਡ ਰੀਪਰੋਡਕਟਿਵ ਸਿਸਟਮ ਦੀ ਸਟੱਡੀ ਕਰਦੇ ਹਾਂ ਆਪਾਂ ਇਹਦੇ ਵਿੱਚ, ਜੋ ਕਿ ਐਕਸਰਸਾਈਜ਼ ਦੁਆਰਾ ਅਫੈਕਟਡ ਹੁੰਦੇ ਹਨ। ਐਕਸਰਸਾਈਜ਼ ਦੇ ਦੌਰਾਨ ਸਾਡੀ ਬਾਡੀ ਦੇ ਸਾਰੇ ਸਿਸਟਮ ਜੁਆਇੰਟਲੀ ਵਰਕ ਕਰਦੇ ਹਨ। ਮਤਲਬ ਜਿੰਨੇ ਵੀ ਇਹ ਸਾਰੇ ਸਿਸਟਮ ਆ ਇਹ ਇੱਕ ਦੂਜੇ ਨਾਲ ਮਿਲ ਜੁਲ ਕੇ ਕੰਮ ਕਰਦੇ ਆ। ਇਹਨਾਂ ਸਿਸਟਮ ਦੇ ਰਿਸਪੌਂਸਿਸ ਇੰਡੀਪੈਂਡੈਂਟ ਹੁੰਦੇ ਹਨ। ਹਾਂਜੀ ਬੇਟਾ, ਨੈਕਸਟ ਹੈਗਾ ਜੀ 7.1 ਐਕਸਰਸਾਈਜ਼ ਫਿਜ਼ੀਓਲੋਜੀਕਲ ਫੈਕਟਰਸ ਡਿਟਰਮਾਈਨਿੰਗ ਕੰਪੋਨੈਂਟ ਆਫ ਫਿਜ਼ੀਕਲ ਫਿਟਨੈਸ। ਇਹਦੇ ਵਿੱਚ ਕੀ ਹੈ ਬੇਟਾ? ਸਭ ਤੋਂ ਪਹਿਲਾਂ ਫਿਜ਼ੀਕਲ ਫਿਟਨੈਸ ਅਨਡਿਊ ਫਟੀਕ ਹੁੰਦੀ ਬਿਨਾਂ ਥੱਕੇ ਦੇ ਬਿਨਾਂ ਟਾਸਕ ਨੂੰ ਪੂਰਾ ਕਰਨ ਦੀ ਐਬਿਲਿਟੀ ਹੈ। ਹੁਣ ਜਿਹੜੇ ਇਹ ਫੈਕਟਰ ਕੀ ਆ, ਬਿਨਾਂ ਥੱਕੇ ਲਗਾਤਾਰ ਕੰਮ ਕਰਨੇ ਨੂੰ ਫਿਜ਼ੀਕਲ ਫਿਟਨੈਸ ਕਿਹਾ ਜਾਂਦਾ। ਫਿਜ਼ੀਕਲ ਫਿਟਨੈਸ ਨੂੰ ਬਾਡੀ ਦੀ ਹੈਲਥੀ ਰੱਖਣ ਲਈ ਵਰਕ ਐਂਡ ਲੇਜ਼ਰ ਦੀਆਂ ਐਕਟੀਵਿਟੀਜ਼ ਵਿੱਚ ਇਫੈਕਟਿਵਲੀ ਐਂਡ ਐਫੀਸ਼ੀਐਂਟਲੀ ਢੰਗ ਨਾਲ ਪਰਫਾਰਮ ਕਰਨ ਦੀ ਐਬਿਲਿਟੀ ਦੇ ਮੇਜਰ ਵਜੋਂ ਮੰਨਿਆ ਜਾਂਦਾ ਹੈ। ਹਾਈਪਰਕਿਨੈਟਿਕ ਡਿਜ਼ੀਜ਼ ਐਂਡ ਐਮਰਜੈਂਸੀ ਸਿਚੁਏਸ਼ਨ ਦਾ ਇਹਦੇ ਵਿੱਚ ਸਾਹਮਣਾ ਕਰਨਾ ਪੈਂਦਾ ਹੈ। ਨੈਕਸਟ, ਇੱਥੇ ਫਿਜ਼ੀਕਲ ਫਿਟਨੈਸ ਦੇ ਕਈ ਕੰਪੋਨੈਂਟ ਡਿਟਰਮਾਈਨ ਕੀਤੇ ਜਾਂਦੇ ਹਨ, ਜਿਵੇਂ ਕਿ ਇੰਡਿਓਰੈਂਸ, ਸਟਰੈਂਥ, ਸਪੀਡ, ਫਲੈਕਸੀਬਿਲਿਟੀ ਐਕਸੈਟਰਾ।
हाँ जी बेटा, अगे हैगा जी फिजियोलॉजिकल फैक्टर डिटरमाइन कंपोनेंट ऑफ फिजिकल फिटनेस। ये कुछ बेटा जिमें इंड्योरेंस, स्ट्रैंथ, स्पीड ते फ्लैक्सीबिलिटी दे कुछ अगे एक्सप्लेन किया होया वा। एक चार्ट बनया होया, इनू तुसीं थोड़ा जिहा देख लिओ जी। ये अगे वैसे चैप्टर दे विच अगे भी आऊगा। हुण आपां करना बेटा फिजियोलॉजिकल फैक्टर डिटरमाइंड एंड्योरेंस। एंड्योरेंस नूं कार्डियोवैस्कुलर एक्सरसाइज लाइक रनिंग, एरोबिक एक्सरसाइज और स्विमिंग करन दी एबिलिटी वजों डिफाइन किया जा सकता है। एंड्योरेंस एक्सरसाइज लई एक सिंपल रिक्वायरमेंट वजों दर्शाया जाती है। मसल दे वार-वार कंट्रैक्शन नूं कायम रखने की जरूरत होंदी है। यह दो मापदंड बेसिक फंक्शन द्वारा पूरा किया जाता है। इनफ ऑक्सीजन दी कंज्यूम करन दी एबिलिटी अते एजुकेट फ्यूल प्रोविजन, ये दो चीज़ां होंदियां ने जिहदे द्वारा आपां इहनूं पूरा करते हैं। बेटा नैक्सट जिहड़ा अपना इहदा पॉइंट हैगा जी एरोबिक कैपेसिटी। एरोबिक कैपेसिटी कार्डियो रिस्पिरेटरी सिस्टम दी फंक्शनल कैपेसिटी हार्ट, लंग्स एंड ब्लड वैसल्स नूं डिस्क्राइब करती है। हुण कार्डियो रिस्पिरेटरी इंड्योरेंस दे विच तीन चीज़ां ही बेसिकली, एक अपना हार्ट आ, एक अपना लंग्स ने ते एक अपने ब्लड वैसल्स ने, उन्होंने डिस्क्राइब करती है। कोई भी परफॉर्मेंस करन लई मसल नूं एनर्जी की जरूरत होंदी है, मतलब कि एनर्जी के बिना मसल वर्क नहीं कर सकता। जे ऑक्सीजन की प्रेजेंस द्वारा की जाती है, जो मतलब कि ऑक्सीजन होगी, उसकी प्रेजेंस होगी तो आपां कोई भी काम कर सकते हैं। एरोबिक कैपेसिटी कार्डियो रिस्पिरेटरी परफॉर्मेंस एंड ऑक्सीजन यूटिलाइज करन दी मैक्सिमम एबिलिटी डिटरमाइंड करती है। एरोबिक कैपेसिटी हेठले फैक्टर ते डिपेंड करती है। अगे बेटा ये पॉइंट आ जाने हैं। ये पार्ट हैगा जी ऑक्सीजन इनटेक। ये तीन पॉइंट है, सॉरी 5 पॉइंट ने जिन्हां ते डिपेंड करती है। पहला हैगा जी ऑक्सीजन इनटेक। ऑक्सीजन का इनटेक ऑक्सीजन की अमाउंट वजों डिफाइन किया जा सकता है, जो इन्वायरमेंट तो लंग्स द्वारा लई जाती है। ऑक्सीजन इनटेक वाइटल कैपेसिटी ते डिपेंड करता है, जो बदले विच लंग्स के साइज, एक्टिव ऑलविली दी नंबर, रिस्पिरेटरी नंबर दी स्ट्रैंथ, चैस्ट कैविटी साइज एक्सैक्ट्रा ते डिपेंड करती है। ये प्रोलॉन्गड एक्सरसाइज दौरान इंड्योरेंस की कैपेसिटी का एक इंपॉर्टेंट डिटरमिनेंट है। हुण बेटा इंड्योरेंस एक्चुअली हुंदा की है? इंड्योरेंस हुंदा बिना थके लंबे समय तक काम करते रहना, उन्होंने इंड्योरेंस कहते हैं बॉडी का। इसका बी पार्ट बेटा आ गया जी ऑक्सीजन ट्रांसपोर्ट। कोई भी एक्टिविटी परफॉर्म करते समय ऑक्सीजन की अमाउंट लंग्स तो ब्लड तक काम करने वाली मसल तक पहुँचाना पैंदा है। ऑक्सीजन की अमाउंट ते डिपेंड करता है। इस नूं वर्क मसल्स तक एफिशिएंटली ढंग नाल लिजाण लई सर्कुलेटरी सिस्टम एक बहुत इंपॉर्टेंट है। प्रोलॉन्गड एक्सरसाइज दौरान उन्होंने एंड्योरेंस कैपेसिटी बहुत इंपॉर्टेंट होंदी है। नैक्सट बेटा सी पार्ट हैगा जी ऑक्सीजन अपटेक। ऑक्सीजन की अमाउंट तुहाडी बॉडी द्वारा वध तो वध मेहनत करन वेले ऑक्सीजन की वध तो वध अमाउंट नूं वरत सकता है। कई बार वध तो वध अपटेक करन नूं मैक्सिमम ऑक्सीजन की कंजम्पशन और VO2 मैक्स किया जाता है। बेटा याद रखियो जी, VO2 मैक्स की हुंदा वा मैक्सिमम ऑक्सीजन नूं कंज्यूम करना। जे तुसी अपना ऑक्सीजन वधाउंदे हो तो तुसी तेज़ी नाल दौड़ोगे जी। ऑक्सीजन ज़्यादा तुहाडी बॉडी जाऊगी। एक तरह का जिवें आपां बाइक 'च आपां तेल पाउणे आ, अगर बाइक का आपां रेस ज़्यादा करते हैं तो वो की करदा वा, ज़्यादा तो ज़्यादा तेल सुट्टदा वा, अपने बाइक अपना फ्यूल ज़्यादा सुट्टदा वा। ਉਹਦੇ ਨਾਲ ਕੀ ਫਿਰ ਬਾਈਕ ਤੇਜ਼ ਭੱਜਦੀ ਆ। ਉਸੇ ਤਰ੍ਹਾਂ ਹੀ ਬਾਡੀ ਹੈ, ਜਿੰਨੀ ਜ਼ਿਆਦਾ ਆਪਾਂ ਆਕਸੀਜਨ ਲਵਾਂਗੇ ਉਨੇ ਹੀ ਆਪਾਂ ਤੇਜ਼ ਭੱਜਾਂਗੇ। ਇਹਦੇ ਵਿੱਚ ਜਿਵੇਂ ਆਪਾਂ ਸਾਈਕਲ ਬਹੁਤ ਤੇਜ਼ ਚਲਾਵਾਂਗੇ ਜਾਂ ਤੇਜ਼ੀ ਨਾਲ ਸਵੀਮਿੰਗ ਕਰਾਂਗੇ
ਤੁਹਾਡੀ ਪਰਫਾਰਮੈਂਸ ਕਿਸੇ ਵੀ ਐਰੋਬਿਕ ਐਂਡਿਓਰੈਂਸ ਦੀ ਐਕਟੀਵਿਟੀ ਵਿੱਚ ਵਾਧਾ ਔਰ ਹਾਈ VO2 ਮੈਕਸ ਨਾਲ ਇੰਪਰੂਵ ਹੋਵੇਗਾ।